ਦੱਸੋ ਜਿਹੜਾ ਮੈਂ ਖੁਲਵਾਇਆ ਸੀ। ਹਾਂ ਜਿਹੜਾ ਖੋਲੋ ਸਕੇ ਹੀ ਇਹਦੀ ਬੇਵਕੂਫਾਨਾ ਗੱਲਾਂ ਲਿਖੀਆਂ ਹੁੰਦੀਆਂ ਨੇ। ਜਿਹੜਾ ਮਰਜ਼ੀ ਖੋਲ ਲਓ, ਸਹੀ ਗੱਲ। ਹਰ ਗੱਲ, ਹਰ ਅਖਬਾਰ ਦੇ ਵਿੱਚ, ਹਰ ਕਿਤਾਬ ਦੇ ਵਿੱਚ ਇੰਨਾ ਗੰਦ ਲਿਖਿਆ, ਤਾਂ ਹੀ ਤੇ ਮਰਜ਼ਾਈ ਕਹਿੰਦੇ ਨੇ ਕੁਰਾਨ ਦੀ ਇਸੇ ਬਾਤ ਕਰਾਂਗੇ। ਇਹਨਾਂ ਨੂੰ ਅੱਗ ਲਾ ਦਿਓ, ਫਿਰ ਇਹਨਾਂ ਨੂੰ ਤੀਲੀ ਲਾਓ, ਸਾੜੋ ਇਹਨਾਂ ਨੂੰ, ਸਿਰਫ ਕੁਰਾਨ ਦੀ ਇਸੇ ਬਾਤ ਕरेंगे। आज मैं पूछ रहा था जवाब की दई है रजी दा कबूल तो उन्हें किया, इनकार नहीं किया कि भाई अहमद भी गाली निकलती कि अहमद जी ने गाल कर दी उन्हें कहा यार मैं तो डेली समझा रहा नहीं नहीं उन्होंने पहला ये जवाब दियो, उन्होंने कहो फर्स्ट ऑफ ऑल you should try your best to stop your side of people who use abusive language as you mentioned. We should try to stop our people. We do not deny. ਲਿਖਦੇ ਪਿਓ ਕੋ ਨਹੀਂ, ਸ਼ਾਰਟ ਹੈਂਡ ਵਾਲੇ ਇੰਨੀ ਦੇਰ ਚ ਨਾਲੋਂ ਨਾਲ ਲਿਖੀ ਜਾਂਦੇ ਨੇ। शॉर्ट एंड मनो नहीं वाली वालदा साहब ने ठीक हो गया। We do not deny this fact, but the problem is that your side is in a denial mode. They say in Jamaat-e-Ahmadiyya there is no one who use this abusive language. So I want your attestification. Do you recognize and testify your statement that there are people in Jamaat-e-Ahmadiyya who are abusing 24/7? ਇਹ ਲਿਖ ਕੇ ਅੱਗੇ ਸਵਾਲੀਆ ਨਿਸ਼ਾਨ ਪਾਓ। ਵੇਖਿਓ ਜੇ ਇਸ ਗੱਲ ਤੋਂ ਫਿਰ ਨਾ ਗਿਆ ਤੇ ਮੈਨੂੰ ਆ ਕੇ ਜੁਰਮਾਨਾ ਪਾ ਲਿਓ। ਇਹ ਜਿਹੜੀ ਲਿਖੀ ਸੀ ਤੇ ਤੂੰ ਫਿਰ ਜਾਏਗਾ। अच्छा ਤੁਸੀਂ ਉਹਨੇ ਤਸਦੀਕ ਕਰਵਾ ਲਈ, ਤੁਸੀਂ ਤਸਦੀਕ ਦੇ ਬਾਅਦ ਤਰਦੀਦ ਕਿਉਂ ਕਰਾਉਣਾ ਚਾਹੁੰਦੇ ਹੋ? ਮੈਂ ਤਾਂ ਹੀ ਕਹਿੰਦਾ ਹੁਣ ਇੱਕ ਵਾਰੀ ਜਿਸ ਤਰ੍ਹਾਂ ਮੈਂ ਆਖਿਆ ਇੰਜ ਤਸਦੀਕ ਕਰਾਓ ਨਾ। ਜਿਸ ਤਰ੍ਹਾਂ ਮੈਂ ਆਖਿਆ ਉਹਨੇ ਤੇ ਗੋਲਮੋਲ ਕੀਤੀ ਨਾ। ਜਿਸ ਤਰ੍ਹਾਂ ਮੈਂ ਆਖਿਆ ਇੰਜ ਤਸਦੀਕ ਕਰਾਓ। ਜੇ ਇਹਦੇ ਤੋਂ ਦੌੜਿਆ ਨਾ, ਜਿਹੜੀ ਗੱਲ ਕੀਤੀ ਸੀ ਉਹਦੇ ਤੋਂ ਵੀ ਦੌੜਨਾ ਗਿਆ ਤੇ ਮੈਨੂੰ ਜੁਰਮਾਨਾ ਪਾ ਲਿਓ। ਜੇ ਇੰਜ ਮੈਂ ਆਖਿਆ ਇੰਜ ਲਿਖੋ। ਪਹਿਲਾਂ ਉਹਨੂੰ ਐਪਰੀਸ਼ੀਏਟ ਕਰੋ, ਉਹਨੂੰ ਆਖੋ ਕਿ ਬਿਲਕੁਲ ਠੀਕ ਹੈ ਕਿ ਜਿਹੜੇ ਦੋਵਾਂ ਸਾਈਡਾਂ ਦੇ ਅਬਿਊਜ਼ਿਵ ਲੈਂਗੁਏਜ ਇਸਤੇਮਾਲ ਕਰਨ ਵਾਲੇ ਨੇ ਉਹਨਾਂ ਨੂੰ ਰੋਕਣਾ ਚਾਹੀਦਾ। ਮੈਂ ਤੇਰੀ ਗੱਲ ਨਾਲ ਐਗਰੀ ਹਾਂ। ਸਾਨੂੰ ਚਾਹੀਦਾ ਅਸੀਂ ਆਪਣੀ ਸਾਈਡ ਦੇ ਲੋਕਾਂ ਨੂੰ ਰੋਕੀਏ, ਤੁਹਾਨੂੰ ਚਾਹੀਦਾ ਕਿ ਤੁਸੀਂ ਆਪਣੀ ਸਾਈਡ ਵਾਲਿਆਂ ਨੂੰ ਰੋਕੋ। ਮਸਲਾ ਇਹ ਵੇ ਕਿ ਅਸੀਂ ਤੇ ਐਡਮਿਟ ਕਰਨੇ ਆ ਇਸ ਗੱਲ ਨੂੰ ਕਿ ਸਾਡੇ ਤਰਫ ਐਸੇ ਲੋਕ ਮੌਜੂਦ ਨੇ। ਅਸੀਂ ਤੇ ਇਸ ਹਕੀਕਤ ਦਾ ਇਨਕਾਰ ਹੀ ਨਹੀਂ ਕਰਦੇ, ਪਰ ਦੂਸਰੀ ਤਰਫ ਤੁਹਾਡੀ ਸਾਈਡ ਤੇ ਡਿਨਾਇਲ ਮੋਡ ਨਜ਼ਰ ਆਉਂਦਾ ਹੈ। ਉਹ ਕਹਿੰਦੇ ਨੇ ਕਿ ਸਾਡੇ ਵੱਲ ਤੇ ਜਮਾਤ ਅਹਿਮਦੀ ਨੇ ਗਾਲੀ ਦੀ ਹੈ। ਅਹਿਮਦੀ ਤਾਂ ਗਾਲੀ ਦੇ ਹੀ ਨਹੀਂ ਸਕਦਾ। ਇਹ ਜਿਹੜਾ ਤੁਹਾਡੇ ਵੱਲ ਡਿਨਾਇਲ ਮੋਡ ਹੈ, ਇਹਦਾ ਕੀ ਕਰੀਏ? ਕਿਆ ਤੂੰ ਇਸ ਗੱਲ ਦੀ ਤਸਦੀਕ ਕਰਨਾ ਜਿਹੜੀ ਤੂੰ ਕਹੀ ਹੈ ਕਿ ਬਿਲਕੁਲ ਦੋਵਾਂ ਸਾਈਡਾਂ ਦੇ ਉੱਤੇ ਅਬਿਊਜ਼ਿਵ ਲੈਂਗੁਏਜ ਇਸਤੇਮਾਲ ਕਰਨ ਵਾਲੇ ਲੋਕ ਮੌਜੂਦ ਨੇ ਔਰ ਤੁਹਾਡੀ ਤਰਫ ਵੀ ਮੌਜੂਦ ਨੇ, ਸਾਡੀ ਤਰਫ ਵੀ ਮੌਜੂਦ ਨੇ? ਜੇ ਤੇ ਇਹਦੀ ਤਸਦੀਕ ਕਰਤੀ ਸੋ ਤੇ ਅੱਗੋਂ ਮੈਂ ਸ਼ਨਾਖਤੀ ਕਾਰਡ ਵੀ ਉਹਦੇ ਕੋਲ ਮੰਗ ਲੈਣਾ ਅਗਲੇ ਈਮੇਲ 'ਚ ਕਿ ਤੁਹਾਡੀ ਤਰਫ ਕਿਹੜੇ ਨੇ ਤੇ ਸਾਡੀ ਤਰਫ ਕਿਹੜੇ ਨੇ। ਬੇਸ਼ੱਕ ਮੇਰਾ ਨਾਂ ਲੈ ਦੇ, ਕੋਈ ਮਸਲਾ ਨਹੀਂ ਹੈ, ਉਹ ਤਾਂ ਮੁਖਾਲਫ ਹੈ ਨਾ। ਆਪਣੀ ਤਰਫੋਂ ਤਿੰਨਾਂ ਚੌਂ ਬੰਦਿਆਂ ਦੀ ਮੈਨੂੰ ਲਿਸਟ ਦੇ ਦੇ ਵੀ ਇਹ ਅਬਿਊਜ਼ਿਵ ਲੈਂਗੁਏਜ ਇਸਤੇਮਾਲ ਕਰਦੇ ਨੇ, ਤਾਂ ਕਿ ਅਸੀਂ ਇਹਨੂੰ ਬਤੌਰ ਸਨਦ ਦੇ ਆਪਣੇ ਕੋਲ ਮਹਿਫੂਜ਼ ਰੱਖੀਏ। ਵੇਖ ਲੈਣੇ ਕਿੰਨੀ ਕਿ ਤੁਹਾਡੇ ਨਾਲ ਈਮੇਲ ਤੇ ਖਲੋਂਦਾ ਗੱਲ ਕਰਦਾ। ਇਹ ਨਾ ਠੀਕ ਹੋ ਗਿਆ। ਇਹ ਨਾ ਈਮੇਲ ਤੇ ਕਰ ਸਕਦੇ ਨੇ ਤੇ ਨਾ ਇਹ WhatsApp ਤੇ ਕਰ ਸਕਦੇ ਨੇ ਤੇ ਨਾ YouTube ਤੇ ਕਰ ਸਕਦੇ। ਜੇ ਕਰ ਸਕਦੇ ਹੁੰਦੇ ਇਹ ਨਾ ਜੰਦਰੇ ਮਾਰੇ ਹੁੰਦੇ ਆਪਣੇ ਦਰਵਾਜ਼ਿਆਂ ਨੂੰ। ਉਹ ਗਾਲੀਬਾਜ਼ ਆ ਗਿਆ ਉਹਦੇ ਨਾਲ ਗੱਲ ਨਾ ਕਰੇ, ਉਹ ਗਾਲੀਬਾਜ਼ ਆ ਗਿਆ ਉਹਦੇ ਨਾਲ। ਇਹ ਅਸਲ ਗੱਲ ਇਹ ਕਿ ਇਹਨਾਂ ਕੋਲ ਜਵਾਬ ਨਹੀਂ ਆਣੇ ਨਾ ਗੱਲਾਂ। ਇੰਜ ਕਰੋ ਈਮੇਲ ਜਿੰਜ ਮੈਂ ਆਖੀ ਹੁਣ ਧਿਆਨ ਨਾਲ, ਨਹੀਂ ਤੇ ਮੈਂ ਤੇ ਲਿਖ ਕੇ ਟੈਕਸਟ ਮੈਸੇਜ ਕਰ ਦੇਣਾ ਵਾ WhatsApp ਤੇ। ਨਹੀਂ ਉਸਤਾਦ ਜੀ ਤੁਸੀਂ ਤੁਹਾਨੂੰ ਪਤਾ ਨਾ ਮੇਰਾ ਪੇਸ਼ਾ ਕੀ, ਤੁਸੀਂ ਮੇਰੇ ਮੈਨੂੰ ਇਹਨਾਂ ਨਾਕਸ ਸਮਝ ਠੀਕ ਹੋ। ਨਹੀਂ ਵੈਸੇ ਅੱਲਾਹ ਤੁਹਾਨੂੰ ਤੁਹਾਡੇ ਇਲਮ ਅਮਲ 'ਚ ਬਰਕਤ ਕਰੇ ਤੇ ਜ਼ਿਆਦਤ ਇਲਮ ਵਾਸਤੇ ਮੈਂ ਦੁਆ ਗੋ। ਵੈਸੇ ਮੈਂ ਕਿਹਾ ਕਿ ਅਗਰ ਇਹਨਾਂ ਨੂੰ ਸੇਮ ਇਸੇ ਤਰ੍ਹਾਂ ਬਿਆਨ ਕਰਨ 'ਚ ਤੁਹਾਨੂੰ ਕੋਈ
ਕਿਸੇ ਕਿਸਮ ਦੀ ਗਲਤੀ ਨਾ ਕਰਨਾ, ਇੰਜ ਬਿਆਨ ਕਰੋ ਤੇ ਵੇਖਨੇ ਆ ਕਿ ਉਹ ਆਪਣੀ ਗੱਲ ਤੇ ਕਾਇਮ ਹੈ ਜਾਂ ਉਹਦੇ ਤੋਂ ਵੀ ਫਿਰਦਾ ਹੈ, ਇਹ ਚੈੱਕ ਕਰਨਾ। क्लाउड साहब इस्लामिक क्लाउड साहब, क्या हाल है आपका? ठीक है, अस्सलाम वालेकुम, अल्हम्दुलिल्लाह। आप लोग कैसे हैं? ये क्या कहते रजीम रब्बी ने, इसने एतराफ़ कर लिया मिर्ज़ा शाते में। हाँ जी, कहता है कि अब्यूजिव लैंग्वेज इस्तेमाल करते हैं उधर भी तो इधर भी। कहते हैं मैं तो डेली समझा रहा हूँ दोनों साइडों से रुकनी चाहिए। हमारा तो पता नहीं, लेकिन अपनी साइड किसने माना कि भाई वाकई हैं शातम, एतराफ़ किया उसने। अभी उस्ताद ने कहा एनु की कहदा घेरा पा के मुंह च कढ़वाओ, देखने है ना एक कड़की लेके जिस तरह कहानों की कहदा वो शीशा खाए लश्कारा मारे तो बंदा नसदा, वो ना काम हो जाए। अच्छा आमिर साहब, आपको याद है ना वो अल्फाज इस्तेमाल किए थे इसने काशिफ मुरब्बी ने ईसा अलैहिस्सलाम के बारे में, फिर बात हुई थी, अभी कल परसों की बात है। हाँ हाँ, काशिफ मुरब्बी ने नहीं, वो अंसर सब आगे हो तो गलत गल करना, इत्तेहाद दी गल करना। वो काशिफ ने कहा तुसी जेडी गल लिखी है जी मैं इत्तेहाद दी गल करांगा, मेरा टाइम मान म्यूट रख एक मिनट गल कर लेंदे राज साहब। तराकुल क्लूब की मैं ब्रॉड पे था, तो वहाँ पे उसने बोला कौन बात करेगा, तो फिर उसने बोला कि सब ने मना कर दिया मुझसे बात करने पे, तो तराकुल क्लूब ने काशिफ की तरफ पॉइंट आउट करा कि आप बात कर लें। तो काशिफ ने जब बात शुरू की बगैर किसी मौजू के और घबराहट में ईसा अलैहिस्सलाम की शान में गुस्ताखी करना शुरू कर दिया कि वो जो है माज़ अल्लाह दुनिया भर में सूअर मारते फिरेंगे, कमंदों में पता नहीं पंजाबी का लफ्ज़ यूज़ किया था, कमंद पता नहीं क्या लफ्ज़ था, हाँ कि वहाँ पे जाते फिरेंगे और सिर्फ सूअर ढूंढते फिरेंगे, सूअर मारते फिरेंगे। हालांकि फिर मैंने उसको बोला कि यार तुम पे इस बात पे अल्लाह की लानत, अल्लाह के नबी की लानत और ईसा अलैहिस्सलाम की तरफ से लानत कि तुमने उन पे झूठ बोला है, क्योंकि हदीस में वयक्तुल खंजीर है, वयक्तुल खनाजीर नहीं है, वयक्सुर सलीब है, वयक्सुर असालीब नहीं है कि वो दुनिया भर में खंजीर मारते फिरेंगे या दुनिया भर में सलीब तोड़ते फिरेंगे। तो उस पर ना फिर बात थोड़ी गर्मा गर्मी पे चली गई। तो जब गर्मा गर्मी पे गई ना, तो वहीं पे वो आ गया, क्या कहते हैं, शेख ज़फ़रुल्लाह शाह आ गए और वहाँ से वॉइस ऑफ पीस आ गया। तो शेख ज़फ़रुल्लाह शाह ने अच्छा इन लोगों ने मुझे ड्रॉप कर दिया वहाँ से ना। तो शेख ज़फ़रुल्लाह शाह ने मेरी तायद में बोला कि तुम लोगों ने स्टार्ट किया है, तुम लोगों ने प्रोवोक किया है, अगर तुम हज़रत ईसा अलैहिस्सलाम की शान में गुस्ताखी नहीं करते तो क्लाउड भी तुम्हें इस तरह का जवाब नहीं देता। तो उसके बाद जो है ना वॉइस ऑफ पीस ने शेख ज़फ़रुल्लाह को बोला कि तुम्हारी क्या औकात, तुम मिर्ज़ा की जूती के बराबर भी नहीं। अब जब उसने शेख ज़फ़रुल्लाह को बोला तो वो तो हमारी आउट हो गई, हमारी बात जा रही है तो बहुत ही गलत हो गई, मतलब आप तो बोले ही चले जा रहे हैं, आप तो रोक ही नहीं रहे कि तुम मिर्ज़ा की जूती के बराबर नहीं। तो मैं गया वहाँ पे, शार्प शूटर ने ब्रॉड लगाई हुई थी ना, तो मैं वहाँ पे गया। तो वहाँ पर ना उससे पहले मैं 2 ब्रॉडों पे गया, तो कादियानी हजरात अपनी ब्रॉडों पे शेख ज़फ़रुल्लाह के बारे में ये टाउट कर रहे थे कि लो जी अब शेख साहब जो है ना मिर्ज़ा की जूती के बराबर भी नहीं है, वो टाउट कर रहे थे मिर्ज़ा को ना इस बात को लेके। तो फिर वहाँ पे शार्प शूटर ने ये सवाल किया कि तुम्हारा कोई कमेंट है? मैंने कहा देखो बात यह है कि जो भी सहीहुल अक़ीदा है और जो मोहम्मद सल्लल्लाहु अलैहि वसल्लम को ख़ातमुन नबिय्यीन और मोहम्मद सल्लल्लाहु अलैहि वसल्लम के बाद किसी हर मुद्दई नबूवत को कज़्ज़ाब और दज्जाल समझता है, जबकि वो बड़े अमल में बहुत अदना है, अमल में बहुत छोटा है, लेकिन अकायद में बिल्कुल सही है। वो जब चलता है उसके चलने से जो धूल उठती है, उस धूल का जो 10% होता है ना, मिर्ज़ा उसके बराबर भी नहीं। क्योंकि बेसिकली हमें ये काउंटर इसलिए करना पड़ा है कि उन्होंने ये शेख ज़फ़रुल्लाह को बोला, उससे पहले ईसा अलैहिस्सलाम की शान में गुस्ताखी की, और उसके बाद जनाब इसको लेके उन्होंने डिफरेंट ब्रॉडर पे उछाला कि शेख ज़फ़रुल्लाह साहब जो है मिर्ज़ा की जूती के बराबर भी नहीं। तो हमें ये बोलना पड़ा, लेकिन इसका इम्पैक्ट बड़ा आया माशाल्लाह। उन्होंने क्लाउड सर्वर को हर जगह ब्लॉक मार दिया कि अब क्लाउड सर्वर से बात नहीं करनी। उसने बोला कि मिर्ज़ा जो है मोहम्मद सल्लल्लाहु अलैहि वसल्लम पे जो ईमान रखते हैं, जब वो चलते हैं उनकी जो पैरों की धूल उठती है, उस धूल में जो मट्टी होती है, मट्टी का 10% जो है ना मिर्ज़ा उसके बराबर भी नहीं है। तो ये हुआ है कल की कार्रवाई सर। अच्छा, वो मैं सुन रहा था जब आप उसके साथ ये बात उसने कही तो मैंने मैसेज भी किया था। एक मिनट, पप्पू मलक है, पप्पू मलक यार, नहीं मैं पप्पू ਮਲਕ ਸੀ ਨਾ, ਮੈਂ ਕਹਿੰਦਾ ਤੁਸੀਂ ਗਵਾਹੀ ਲੈ ਲਓ, ਉੱਥੇ ਗੱਲ ਕੀ ਹੋਈ ਸੀ ਭਾਈ? ਮੈਨੂੰ ਪਤਾ, ਮੈਂ ਆਪ ਗਵਾਹ ਹਾਂ, ਜਦੋਂ ਮੈਂ ਜ਼ਿੰਦਾ ਗਵਾਹ, ਚਸ਼ਮਦੀਦ ਗਵਾਹ ਮੌਜੂਦ ਹੈ, ਮੈਨੂੰ ਕਿਸੇ ਦੀ ਕੀ ਗੱਲ ਹੋਈ ਸੀ ਫਿਰ ਮੈਂ ਕਿਸੇ ਦੀ ਗਵਾਹੀ ਦੀ ਕੀ ਜ਼ਰੂਰਤ ਹੈ ਯਾਰ ਮੈਨੂੰ। ਜਾਂ ਮੈਂ ਖੁਦ ਇਹਨਾਂ ਨੂੰ ਮੈਸੇਜ ਕੀਤਾ ਉਸ ਵੇਲੇ ਰਾਜਾ ਸਾਹਿਬ ਨੂੰ
کہ دیکھو راج صاحب اے جو مرزائی عیسیٰ علیہ السلام دے بارے شاطمیت کرن یا انہاں دے رفع آسمانی یا نزول المسیح دی تھیوری نو لے کے او دے تے ٹانٹ کرن مرزائی کر نہیں سکتے کیونکہ خود مرزائیاں دے اپنے ہاں نزول المسیح دا عقیدہ موجود ہے اور نزول المسیح دی جڑی کیفیت اور حیت سمجھتے ہیں نا، حیت اردو کا لفظ جو کیفیت اور حیت مرزا صاحب نے بیان کی ہے نا کہ نزول المسیح کا یہ مطلب ہے، وہ صرف بیان کرنے کی ضرورت ہے، آپ کو غصہ کرنے کی ضرورت ہی نہیں ہے۔ آپ نے ایک تحقیقی جواب دیا، ٹھیک ہے، اچھا کیا کہ بھئی یہ بات ایسے نہیں ہے کہ مسیح علیہ السلام کمادوں میں جا کے سور مارتے پھریں گے یا وہ خنزیروں کو قتل کرتے پھریں گے، ایسا ہے نہیں ہمارا عقیدہ۔ تم ہمارے عقیدے کو غلط پورٹریٹ کر رہے ہو، غلط بیان کر رہے ہو۔ یہ تو ہو گیا تحقیقی جواب۔ اب ایک الزامی جواب ہے کہ تمہارے یہاں نزول المسیح کا یہ مفہوم ہے، یہ مطلب ہے کہ مسیح نے آنا ہے بلکہ مسیح نے بننا ہے استعارہ کے رنگ میں 10 ماہ کے حمل کے ذریعے سے۔ 10 ماہ کا حمل ہوگا اس کو پہلے، پھر اس کو درد ذہ ہوگی، پھر منشی الہی بخش کاؤنٹنٹ اس کا حیض دیکھنا چاہے گا لیکن وہ دکھایا نہیں جائے گا، بلکہ ہوگا کیا، اس حیض سے بچہ بن جائے گا، وہ بچہ اس کا نام عیسیٰ ہوگا۔ پہلے وہ مریمی کیفیت میں 2 سال بلکہ وہ رہیں گے مرزا صاحب، اور اس کو عیسیٰ ایسے بنایا جائے کہ پہلے مریمی کیفیت ہوگی، پھر اس کے بعد حمل ہوگا 10 ماہ کا، پھر حیض اور یہ سارا کچھ ہونے کے بعد روح نفخ کی جائے گی، پھر عیسیٰ بنے گا۔ یہ ہے تمہاری تھیوری۔ ہمارے نزدیک عیسیٰ ابن مریم اللہ کے سچے نبی، وہ آسمانوں سے نازل ہوں گے۔ ہم تو مانتے ہیں نبی علیہ السلام کا بھی آسمان پر جانا، ہم تو نبی پاک کا بھی آسمان پر جانا مانتے ہیں اور ان کا واپس آنا مانتے ہیں، لیکن تمہارے آباء و اجداد نے اس وقت بھی انکار کیا کہ نبی ہو کر آسمان پر جا نہیں سکتا۔ یہ نبی، یہ بشری وجود، یہ خاکی وجود، یہ کیسے کرۂ ارض کو کراس کر سکتا ہے؟ اس وقت بھی تمہارے آباء و اجداد نے انکار کیا، آج بھی تم انکار کر رہے ہو۔ ہم تو قائل ہیں کہ معجزتاً اللہ تعالیٰ جس نبی کو چاہے وہ آسمانوں کی سیر کرا دے، آسمانوں پر لے جائے، آسمانوں سے واپس نازل کروا دے۔ ہمارے اللہ کے نزدیک یہ کوئی بعید از قیاس بات نہیں ہے، محال نہیں ہے، ناممکن نہیں ہے، بلکہ ہم تو اس کو ممکن مانتے ہیں۔ آپ کے نزدیک کیونکہ ممکن ہے، اس لیے آپ نے یہ تھیوری لوگوں کو پیش کی کہ پہلے 2 سال مرمی کیفیت، پھر حمل، پھر جناب حیض، ہاں جی، پھر وہ عیسیٰ بنے گا روح نفخ کر کے، پھر وہ بچہ پیدا ہو، پھر وہ کھجور کے تنے کی طرف بھی مرزا صاحب گئے ہیں۔ درد ذہ جب شروع ہوا ہے نا، درد ذہ سمجھتے ہیں، جو پینز، ہاں جب پینز ہوتی ہیں، جب عورت کو وہ ہوتی ہے ڈیلیوری بچے کی، وہ پینز بھی مرزا صاحب نے محسوس کی ہیں۔ تو عیسیٰ آپ کے یہاں جس طرح بنایا گیا ہے بھائی صاحب، آپ کی تھیوری ہماری تھیوری ہم دونوں پیش کر دیتے ہیں لوگوں کے سامنے، لوگوں کو فیصلہ۔ اب یہ جتنی میں نے بات کی، اس میں کوئی گالی دی ہے؟ بالکل آپ نے ان کا لٹریچر پیش کیا۔ اللہ کی قسم کھا کے کہتا ہوں، آپ ان لفظوں سے بیان کر دیں، اگر مرزائی آپ کے سامنے بیٹھ کر یہ ساری سن جائیں، وہی براٹ، وہی بندے مجھ سے آ کے منہ مانگا انعام لے لیں۔ اصل میں یہی ہوا ہے، جب اس نے شاطمیت کی تو پھر میں نے کہا کہ میں بتاتا ہوں کہ عیسیٰ، یہ مرزا صاحب کیسے بنے نا۔ اور سنتے ہیں، ایک شخص جس کو حیض بھی ہوتا ہے، ایک شخص جس کا حیض جو ہے اس کا جو ہے منشی دیکھنا چاہتا ہے۔ بھائی اتنا میں نے بولنا تھا کہ ٹھک کر کے انہوں نے گرا دیا، مجھے پوری بات نہیں بولنے دے مجھے، حالانکہ جب وہ شاطمیت کر رہا تھا عیسیٰ علیہ السلام کی، سب مل کے سن رہے تھے۔ ہاں، عیسیٰ علیہ السلام کے بارے میں ان کی زبانیں بڑی دراز ہیں، بالکل ایسے، لیکن اپنے اس مدعی نبوت کے لیے ایک لفظ بھی نہیں سننا چاہتے۔ بالکل ایسے، بالکل ایسے۔ اس سچے نبی کے لیے جس کو قرآن نے کہا وجیہن فی الدنیا والآخرہ، اس کے بارے میں ہر قسم کی نان سینس خود بھی کرتے ہیں، بولتے ہیں، اپنے بھائیوں سے بھی کرواتے ہیں، اور شرم حیا ہے ہی نہیں کوئی چیز۔ ہم نے تو کوئی، میں نے جتنی بات بیان کی اس میں کوئی لفظ گالی والا
ਹੈ ਹੀ ਨਹੀਂ। ਅੱਛਾ ਮੇਰੀ ਵੀ 2 ਮਿੰਟ ਅਰਜ਼ ਸੁਣ ਲੋਗੇ ਭਾਈ, ਅਗਰ ਬਰਦਾਸ਼ਤ ਹੈ ਤੇ। ਦੇਖੋ ਤੁਸੀਂ ਇਹ ਭਾਈ ਨੇ ਗੱਲ ਕੀਤੀ ਕਿ ਉਹਨਾਂ ਨੇ ਸ਼ਾਹ ਸਾਹਿਬ ਨੂੰ ਆਖਿਆ ਜੀ ਤੁਸੀਂ ਮਿਰਜ਼ਾ ਸਾਹਿਬ ਦੀ ਜੁੱਤੀ ਦੇ ਬਰਾਬਰ ਨਹੀਂ ਹੋ। ਜਿੱਥੇ ਤੱਕ ਮੈਂ ਸੁਣਿਆ ਇਹ ਗੱਲ ਬਾਅਦ ਚ ਹੋਈ ਹੋਏਗੀ, ਪਹਿਲੇ ਸ਼ਾਹ ਸਾਹਿਬ ਦਾ ਟੈਂਪਰ ਲੂਜ਼ ਹੋ ਗਿਆ ਸੀ ਜਦੋਂ ਉਹਨਾਂ ਨੇ ਆਖਿਆ ਸ਼ਾਹ ਸਾਹਿਬ ਤੁਹਾਡੀ ਬਾਤ ਚ ਨਹੀਂ ਹੋਈ, ਤੇਰੇ ਹੁੰਦਿਆਂ ਹੋਈ ਏ, ਤੂੰ ਮੌਜੂਦ ਸੀ ਉੱਥੇ। ਅੱਲਾ ਭਾਈ ਯਾਰ ਮੇਰੀ ਪੂਰੀ ਇੱਕ ਮਿੰਟ ਕਰਨ ਦਿਓ ਯਾਰ, ਪੱਪੂ ਨੂੰ ਕਰ ਲੈਣ ਦਿਓ ਗੱਲ, ਉਹ ਜਿਹੜੀ ਸਾਰੀ ਗਲਤ ਕਰ ਲੇਗਾ ਉਹਨਾਂ ਨੇ ਸਾਰੀ ਨੂੰ ਸ਼ਾਹ ਡਿਨਾਈ ਕਰ ਸਾਹਿਬ ਲਓ। ਨੂੰ ਸ਼ਾਹ ਸਾਹਿਬ ਦੀ ਸ਼ਾਨ ਵਿੱਚ ਜੋ ਕਿ ਬਹੁਤ ਜ਼ਿਆਦਾ ਸ਼ਾਨ ਹੈ, ਗੁਸਤਾਖੀ ਕੀਤੀ ਕਿ ਤੁਹਾਡੀ ਕੀ ਔਕਾਤ ਹੈ, ਮੇਰੇ ਨਜ਼ਦੀਕ ਕੁਝ ਨਹੀਂ। ਤੇ ਸ਼ਾਹ ਸਾਹਿਬ ਨੇ ਕਿਹਾ ਮਿਰਜ਼ੇ ਦੀ ਕੀ ਔਕਾਤ ਹੈ, ਯਾਨੀ ਕਿ ਸ਼ਾਹ ਸਾਹਿਬ ਵੀ ਟੈਂਪਰ ਲੂਜ਼ ਕਰ ਗਏ। ਇੱਕ ਬੰਦਾ ਇੱਕ ਅਕਾਬਰ ਨੂੰ ਕਹਿ ਰਿਹਾ ਲੇਕਿਨ ਸ਼ਾਹ ਸਾਹਿਬ ਜਵਾਬ ਵਿੱਚ ਮਿਰਜ਼ਾ ਸਾਹਿਬ ਤੇ ਪਹੁੰਚ ਗਏ। ਇਹ ਮੈਨੂੰ ਇਹ ਦੱਸੋ ਹੁਣ ਇਹਦੇ ਬਦਲੇ ਚ ਅੱਲਾ ਨਾ ਕਰੇ ਕਾਦੀਆਨੀ ਅਬ ਕਿਸੇ ਨਬੀ ਦੀ ਤੋਹੀਨ ਕਰੇ ਤੇ ਫਿਰ ਅਸੀਂ ਨਹੀਂ ਇੱਕ ਮਿੰਟ ਮੈਨੂੰ ਦੁਬਾਰਾ ਗੱਲ ਸੁਣਾਈ। ਪਹਿਲਾਂ ਉਹਨਾਂ ਨੇ ਸ਼ਾਹ ਸਾਹਿਬ ਨੂੰ ਕਿਹਾ ਕਿ ਤੁਹਾਡੀ ਕੀ ਔਕਾਤ ਹੈ। ਇੱਕ ਸ਼ਾਹ ਸਾਹਿਬ ਨੂੰ ਕਿਹਾ ਆਖਿਆ ਕਿ ਤੁਹਾਡੀ ਕੋਈ ਔਕਾਤ ਨਹੀਂ। ਅੱਛਾ, ਤੇ ਸ਼ਾਹ ਸਾਹਿਬ ਨੇ ਕਿਹਾ ਤੁਹਾਡੇ ਮਿਰਜ਼ੇ ਦੀ ਕੀ ਔਕਾਤ ਹੈ। ਹਾਂ ਮੈਂ ਤੁਹਾਡੇ ਮਿਰਜ਼ੇ ਦੀ ਵੀ ਨਹੀਂ, ਮੇਰੇ ਨਜ਼ਦੀਕ ਤੁਹਾਡੇ ਮਿਰਜ਼ੇ ਦੀ ਵੀ ਕੋਈ ਔਕਾਤ ਨਹੀਂ। ਹਾਂ ਠੀਕ, ਇੱਕ ਮਿੰਟ ਇਹਨੂੰ ਪਹਿਲਾਂ ਚੈੱਕ ਕਰ ਲੈਣ, 2 ਜੁਮਲਿਆਂ ਨੂੰ ਇਹਨਾਂ ਦੋਵਾਂ ਨੂੰ ਪਹਿਲਾਂ ਚੈੱਕ ਕਰ ਲੈਣਾ। ਉਹਨਾਂ ਨੇ ਕਿਹਾ ਸ਼ਾਹ ਸਾਹਿਬ ਤੁਹਾਡੀ ਔਕਾਤ ਕੀ ਹੈ, ਤੇ ਸ਼ਾਹ ਸਾਹਿਬ ਨੇ ਕਿਹਾ ਕਿ ਤੁਹਾਡੇ ਮਿਰਜ਼ੇ ਦੀ ਔਕਾਤ ਕੀ ਹੈ। ਤੇਰੇ ਖਿਆਲ ਵਿੱਚ ਮਿਰਜ਼ਾ ਜਿਹੜਾ ਹੈ ਉਹ ਜ਼ਿਆਦਾ ਮੁਕੱਦਸ ਹੈ ਸ਼ਾਹ ਸਾਹਿਬ ਨਾਲੋਂ? ਮੈਂ ਇਹ ਤੇ ਗੱਲ ਨਹੀਂ ਕਰ ਰਿਹਾ, ਮੇਰੇ ਖਿਆਲ ਚ ਮਿਰਜ਼ਾ ਇੱਕ ਅਦਨਾ ਦੇ ਮੁਸਲਮਾਨ ਨਾਲ ਵੀ ਅੱਲਾ ਮਾਫ ਕਰੇ। ਨਹੀਂ ਇੱਕ ਮਿੰਟ ਇਨਸਾਨ ਹੀ ਨਹੀਂ, ਨਹੀਂ ਹੋ ਰਹੀ। ਬਹੁਤ ਅੱਛਾ ਬਹੁਤ ਅੱਲਾ ਤੂੰ ਗੱਲ ਤੁਸੀਂ ਸਮਝ ਨਹੀਂ ਰਹੇ ਹੋ। ਮੈਂ ਸਮਝ ਗਿਆ ਅਕਾਬਰ ਹੈ ਨਾ ਉਹਨਾਂ ਦਾ। ਯਾਰ ਗੱਲ ਤਾਂ ਸੁਣ ਲੈਣਾ ਜੀ। ਅਗਰ ਉਹਨਾਂ ਦਾ ਕਾਬਰ ਹੈ ਨਾ ਤੇ ਉਹਨਾਂ ਦਾ ਕਾਬਰ, ਸਾਡਾ ਤੇ ਕਾਬਰ ਨਹੀਂ ਨਾ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਾਡੀ ਨਜ਼ਰ 'ਚ ਤੇ ਉਹ ਜਿਸ ਤਰ੍ਹਾਂ ਤੂੰ ਕਿਹਾ, ਤੂੰ ਆਪ ਕਿਹਾ ਕਿ ਤੇਰੀ ਨਜ਼ਰ 'ਚ ਤਾਂ ਇੱਕ ਸ਼ਰੀਫ ਇਨਸਾਨ ਵੀ ਨਹੀਂ ਹੈ, ਇੱਕ ਗਲੀ ਦਾ ਚੋਰ, ਉਚੱਕਾ, ਬਦਮਾਸ਼, ਲੁੱਚਾ, ਲਫੰਗਾ, ਮਾਦਰਜ਼ਾਦ, ਨੰਗਾ, ਜਿਹਨੂੰ ਲੰਬਰਦਾਰ ਨੇ ਬੁਲਾ ਕੇ ਛਿੱਤਰ ਵੀ ਮਾਰੇ ਹੋਣ ਤੇ ਉਹ ਨਸ਼ੇ 'ਚ ਵੀ ਫੜਿਆ ਗਿਆ ਹੋਵੇ ਤੇ ਗਲੀਆਂ ਤੇ ਨਾਲੀਆਂ ਸਾਫ਼ ਕਰਦਾ ਹੋਵੇ, ਉਹਨਾਂ ਨੂੰ ਕੋਈ ਬੰਦਾ ਕਾਬਰ ਮੰਨ ਬਵੇ ਤੇ ਉਹ ਸਾਡੇ ਕਿਸੇ ਆਲਮੇ ਦੀਨ ਨੂੰ, ਕਿਸੇ ਮੁਅੱਜ਼ਜ਼ ਆਦਮੀ ਨੂੰ, ਕੁਰਾਨ ਪੜ੍ਹਨ ਵਾਲੇ ਨੂੰ, ਸੁਨਨਤ ਰਸੂਲ ਮੂੰਹ ਤੇ ਰੱਖੀ ਜਾਵੇ, ਉਹਨੂੰ ਕਹਣ ਤੇਰੀ ਕੀ ਔਕਾਤ ਹੈ। ਤੇ ਇਹ ਇਸ ਗੱਲੇ ਜਵਾਬ ਨਾ ਦੇ ਵੀ ਕਿਉਂਕਿ ਉਹ ਕਾਬਰ ਹੈ, ਕਿਉਂਕਿ ਉਹ ਨਾਲੀਆਂ ਸਾਫ਼ ਕਰਨ ਵਾਲਾ ਉਹਨਾਂ ਦਾ ਕਾਬਰ ਹੈ, ਉਹ ਚੂੜਾ ਚਮਾਰ ਉਹਨਾਂ ਦਾ ਕਾਬਰ। ਇਹ ਕੋਈ ਕਾਨੂੰਨ ਬਣਦਾ ਹੈ ਭਾਈ? ਉਹਨਾਂ ਨੇ ਆਪਣਾ ਅਗਰ ਇਹ ਜੇ ਕਾਨੂੰਨ ਨਹੀਂ ਨਾ ਬਣਦਾ ਫਿਰ ਆਮਨ ਨਜ਼ੀਰ ਸਾਹਿਬ ਤੁਹਾਡੇ ਸਭ ਕਿ ਫਿਰ ਉਹ ਸਾਡੇ ਜਿਹੜੇ ਨਬੀਆਂ ਤੇ ਭੌਂਕਦੇ ਨੇ ਨਾ ਉਹਨਾਂ ਨੂੰ ਵੀ ਫਿਰ ਇਜਾਜ਼ਤ। ਅਗਰ ਮੇਰੀ ਗੱਲ ਸੁਣ ਲੈ, ਅਗਰ ਮੈਂ ਐਗਰੀ ਹਾਂ ਤੇਰੇ ਨਾਲ ਕਿ ਅਗਰ ਸਾਡੇ ਚੋਂ ਕੋਈ ਮੁਸਲਮਾਨ ਕਿਸੇ ਐਸੇ ਬੰਦੇ ਨਾਲ ਪਹਿਲ ਕਰਦਾ ਹੈ ਜਿਹਦੀ ਨਜ਼ਰ ਵਿੱਚ ਨਬੀ ਪਾਕ ਦੀ ਇੱਜ਼ਤ ਜਾਂ ਸਾਬਕਾ तमाम ਅੰਬੀਆ ਦੀ ਕੋਈ ਇੱਜ਼ਤ ਨਹੀਂ ਹੈ, ਜਾਂ ਉਹਨਾਂ ਨੂੰ ਆਮ ਇਨਸਾਨ ਤੋਂ ਵੀ ਘੱਟ ਸਮਝਦਾ ਹੈ, ਸਾਡੇ ਚੋਂ ਕਿਹੜਾ ਬੰਦਾ ਉਹਦੀ ਮਾਂ ਭੈਣ ਪਹਿਲਾਂ ਇੱਕ ਕਰੇਗਾ, ਉਹ ਜ਼ਿੰਮੇਵਾਰ ਹੈ ਉਸ ਗੱਲ ਦਾ, ਉਸ ਬਕਵਾਸ ਦਾ, ਸਾਰੀ ਦਾ, ਜਿਹੜੀ ਉਹ ਨਬੀਆਂ ਨੂੰ ਕਢਾਏਗਾ। ਬਿਲਕੁਲ ਠੀਕ, ਮੈਂ ਐਗਰੀ ਤੇਰੇ ਨਾਲ। ਜਦੋਂ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹਦੇ ਨਾਲ ਮੈਂ ਗੱਲ ਪਿਆ ਕਰਨਾ, ਇਹਦੀ ਨਜ਼ਰ 'ਚ ਮੇਰੇ ਮੁਕੱਦਸਾਤ ਦੀ ਕੋਈ ਇੱਜ਼ਤ ਨਹੀਂ, ਮੈਂ ਇਹਨੂੰ ਗਾਲ ਕੱਢਾਂਗਾ, ਇਹ ਮੇਰੇ ਨਬੀ ਨੂੰ ਗਾਲ ਕੱਢੇਗਾ ਸਿੱਧਾ। ਮੈਨੂੰ ਚਾਹੀਦਾ ਆਪਣੀ ਇੱਜ਼ਤ। ਤੁਹਾਨੂੰ ਪਤਾ ਹੈ ਨਾ, ਇਹ ਤੇ ਮੁਸਲਮਾਨਾਂ ਨੂੰ ਆਲਰੇਡੀ ਪਤਾ ਹੈ ਕਿ ਅਸੀਂ ਜਦੋਂ ਮਿਰਜ਼ਾ ਨੂੰ ਕੁਝ ਕਹਿੰਦੇ ਹਾਂ ਤੇ ਉਹ ਮਿਰਜ਼ਾ ਦੀ ਤੋਹੀਨ ਕਰਦੇ ਨੇ, ਪਤਾ ਹੈ ਨਾ ਇਸ ਚੀਜ਼ ਦਾ। ਉਹ ਸਾਨੂੰ ਤਕਲੀਫ ਦੇਣ ਵਾਸਤੇ ਕਰਦੇ ਨੇ, ਬੇਸ਼ੱਕ ਉਹ ਆਪੇ ਵੀ ਸਮਝਦੇ ਨੇ, ਲੇਕਿਨ ਅਸੀਂ ਉਹਨਾਂ ਨੂੰ ਇੰਨਾ ਕੁ ਮਜਬੂਰ ਕਰ ਦਿੰਦੇ ਆ ਕਿ ਉਹ ਫਿਰ ਗੰਦੀ ਜ਼ੁਬਾਨ। ਨਹੀਂ ਇਹਦੇ ਵਿੱਚ ਇਸ ਕੇਸ ਵਿੱਚ ਪੱਪੂ ਮਲਕ ਨੱਚਣਾ ਸ਼ੁਰੂ ਹੋ ਜਾਂਦੇ ਨੇ ਸ਼ਾਦੀ। ਪੱਪੂ ਮਲਕ ਇਸ ਕੇਸ ਵਿੱਚ ਤੂੰ ਗਵਾਹੀ ਦੇ ਦਿੱਤੀ। ਵਿਕਟਮ ਕਾਰਡ ਦਾ ਪਤਾ ਹੈ ਨਾ ਤੁਹਾਨੂੰ? ਅਸੀਂ ਉਹ ਮੈਨੂੰ ਪਤਾ ਹੈ ਸਾਰਾ। ਮੈਂ ਪਿਆ ਕਹਿੰਦਾ ਇਸ ਕੇਸ ਵਿੱਚ ਤੇ ਤੂੰ ਗਵਾਹੀ ਦਿੱਤੀ ਹੈ ਕਿ ਮਰਜ਼ਾਈਆਂ ਨੇ ਪਹਿਲ ਕੀਤੀ ਹੈ। ਤੂੰ ਪਹਿਲੇ ਤੇ ਕੋਈ ਗੱਲ ਹੋਰ ਕੀਤੀ, ਪਹਿਲ ਕੀਤੀ ਨਾ ਸ਼ਾਹ ਸਾਹਿਬ ਦੇ ਬਾਰੇ ਚ ਕੀ ਹੈ ਨਾ? ਭਾਈ ਸ਼ਾਹ ਸਾਹਿਬ ਯਾਰ ਸ਼ਾਹ ਸਾਹਿਬ ਮਿਰਜ਼ਾ ਕਾਦੀਆਨੀ ਨਾਲੋਂ ਹਜ਼ਾਰ ਨਹੀਂ ਲੱਖ ਦਰਜੇ ਬਿਹਤਰ ਨੇ, ਕਰੋੜ ਦਰਜੇ ਬਿਹਤਰ ਨੇ। ਸ਼ਾਹ ਸਾਹਿਬ ਦੀ ਜੁੱਤੀ ਦੇ ਨਾਲ ਲੱਗੇ ਚਿੱਕੜ ਦੇ ਬਰਾਬਰ ਵੀ ਉਹ ਬੰਦਾ ਨਹੀਂ ਜਿਹਨੇ ਨਬੀਆਂ ਨੂੰ ਗਾਲਾਂ ਕੱਢੀਆਂ ਨੇ, ਜਿਹਨੇ ਗੰਦਗੀ ਭਰੀ ਹੈ ਆਪਣੀ। ਉਹ ਸ਼ਾਹ ਸਾਹਿਬ ਦਾ ਕੀ ਜੋੜ ਉਹਦੇ ਨਾਲ? ਸ਼ਾਹ ਸਾਹਿਬ ਨੂੰ ਵੀ ਰਾਈਟ ਹੋਣਾ ਚਾਹੀਦਾ, ਜਿਸ ਤਰ੍ਹਾਂ ਉਹਨਾਂ ਨੇ ਇਹ ਸਮਝਿਆ ਕਿ ਸ਼ਾਹ ਸਾਹਿਬ ਦੀ ਕੋਈ ਇੱਜ਼ਤ ਨਹੀਂ ਤੇ ਉਹਨਾਂ ਕਿਹਾ ਤੁਹਾਡੀ ਕੀ ਔਕਾਤ ਹੈ। ਸ਼ਾਹ ਸਾਹਿਬ ਕੋਲ ਵੀ ਰਾਈਟ ਹੋਣਾ ਚਾਹੀਦਾ ਤੇ ਆਖਣ ਕਿ ਵੀ ਉਹਦੀ ਕੀ ਔਕਾਤ, ਉਹ ਤਾਂ ਚੂੜਾ ਚਮਾਰ ਵੀ ਨਹੀਂ ਹੈ, ਉਹਦੇ ਨਾਲ ਤਾਂ ਸਾਡੇ ਗਲੀ ਦੇ ਚੂੜੇ ਚਮਾਰ ਦੀ ਇੱਜ਼ਤ ਜ਼ਿਆਦਾ ਹੈ। ਸ਼ਾਹ ਸਾਹਿਬ ਨੂੰ ਵੀ ਹੱਕ ਹੋਣਾ ਚਾਹੀਦਾ ਕਿ ਸ਼ਾਹ ਸਾਹਿਬ ਦੇ ਮੂੰਹ ਤੇ ਟੇਪ ਲੱਗ ਜਾਣੀ ਚਾਹੀਦੀ ਹੈ, ਉਹਨਾਂ ਨੂੰ ਹੱਕ ਹੋਣਾ ਚਾਹੀਦਾ ਕਿ ਸ਼ਾਹ ਸਾਹਿਬ ਨੂੰ ਜੋ ਮਰਜ਼ੀ। ਜਿਹੜਾ ਤੁਸੀਂ ਹੱਕ ਮੰਗ ਰਹੇ ਹੋ ਨਾ, ਉਸੇ ਹੱਕ ਦੇ ਤਹਿਤ ਤੇ ਫਿਰ ਮੀਰ ਸਲੀਮ ਵੀ ਭੌਂਕਦਾ ਤੇ ਫਿਰ ਅਸੀਂ ਨੱਚਣਾ ਸ਼ੁਰੂ ਕਰ ਦਿੰਦੇ ਜੀ, ਸ਼ਾਤਮੀਤ ਹੋ ਗਈ। ਪਹਿਲੇ ਅਸੀਂ ਮਜ਼ੇ ਲੈਂਦੇ ਆ ਮਿਰਜ਼ੇ ਦੀ ਉੱਤੇ ਅਸੀਂ। ਹੁਣ ਉਧਰ ਦੂਜੇ ਪਾਸੇ ਜਾਣ ਤੋਂ ਪਹਿਲੇ ਜਿਹੜੀ ਗੱਲ ਹੈ ਪਹਿਲਾਂ ਇਹਨੂੰ ਕਲੀਅਰ ਕਰ ਲੈ, ਫਿਰ ਉਹਦੀ ਦੂਜੀ ਵੀ ਗੱਲ ਕਰ ਲਾਂਗੇ।
ਸਲੀਮ ਮੀਰ ਕੀ ਭੌਂਕਦਾ ਹੈ ਤੇ ਦੂਜਾ ਕੀ ਭੌਂਕਦਾ ਤੇ ਉਹਨੂੰ ਚੈੱਕ ਕਰ ਲਾਂਗੇ। ਫਿਲਹਾਲ ਇਹਨੂੰ ਕਲੀਅਰ ਕਰ ਲਈਏ, ਇਹਦੇ 'ਚ ਸ਼ਾਹ ਸਾਹਿਬ ਰਾਈਟ ਤੇ ਨੇ ਕਿ ਰੋਂਗ ਨੇ? ਰੋਂਗ ਨੇ 100%। ਅਗਰ ਜੇ ਸਾਡੇ ਉਲਮਾ ਸਾਡੇ ਕਾਬਰ ਹੈ ਤਾਂ ਕਰਨਗੇ ਕਿ ਯਾਨੀ ਕਿ ਲੂਜ਼ ਲੈਂਗੁਏਜ, ਲੁੱਚੇ ਲਫੰਗੇ ਵਾਲੀ ਲੈਂਗੁਏਜ ਯੂਜ਼ ਕਰਨਗੇ। ਪਹਿਲ ਯਾਨੀ ਉਹਨਾਂ ਕੀਤੀ ਹੈ, ਪਹਿਲ ਉਹਨਾਂ ਕੀਤੀ ਹੈ ਤੇ ਰੋਂਗ ਸ਼ਾਹ ਸਾਹਿਬ ਨੇ। ਲੇਕਿਨ ਯਾਰ ਅੱਲਾਹ ਤਾਲਾ ਵੀ ਯਾਨੀ ਕੁਰਾਨ 'ਚ ਕਹਿੰਦਾ ਬਦਲਾ ਲਵੋ, ਲੇਕਿਨ ਇੱਕ ਇਹ ਨਹੀਂ ਤੁਸੀਂ ਫਿਰ ਤਜਾਵਜ਼ ਕਰ ਜਾਓ ਨਾ ਯਾਰ। ਇਹਦੇ ਵਿੱਚ ਮੈਂ ਤੇ ਤਾਂ ਹੀ ਪਿਆਣਾ ਨਾ ਤੇਰੇ ਗੱਲ ਸੁਣ, 10 ਚੰਡਾ ਮਾਰਦੇ ਆ ਤੇ ਗੱਲ ਸੁਣ ਨਾ, ਮੈਂ ਤੇ ਫਿਰ ਜ਼ਾਲਮ ਹੋ ਗਿਆ। ਇਹਦਾ ਮਤਲਬ ਇਹ ਵੇ ਕਿ ਤੇਰੇ ਨਜ਼ਦੀਕ ਤੇ ਤੇਰੇ ਅੱਲਾ ਦੇ ਨਜ਼ਦੀਕ ਇਹ ਸ਼ਾਹ ਸਾਹਿਬ ਦੀ ਇੱਜ਼ਤ ਉਸ ਦਯੂਸ ਆਦਮੀ ਨਾਲ ਘੱਟ ਹੈ, ਇਹ ਕਹਿਣਾ ਚਾਹੁੰਦਾ? ਤੇਰੇ ਨਜ਼ਦੀਕ ਤੇ ਤੇਰੇ ਅੱਲਾ ਦੇ ਨਜ਼ਦੀਕ ਇਹ ਜ਼ਿਆਦਤੀ ਹੈ ਕਿ ਅਗਰ ਸ਼ਾਹ ਸਾਹਿਬ ਨੇ ਆਪਣਾ ਬਦਲਾ, ਆਪਣੀ ਜ਼ਿਆਦਤੀ ਦਾ ਬਦਲਾ ਉਸ ਗੰਦੀ ਫਿਤਰਤ ਵਾਲੇ ਬੰਦੇ ਕੋਲੋਂ ਲਿਆ ਤੇ ਸ਼ਾਹ ਸਾਹਿਬ ਨੇ ਜ਼ਿਆਦਤੀ ਕੀਤੀ, ਕਿਉਂਕਿ ਸ਼ਾਹ ਸਾਹਿਬ ਦੀ ਨਾਲ ਉਹਦੀ ਇੱਜ਼ਤ ਜ਼ਿਆਦਾ ਹੈ, ਇਹ ਕਹਿਣਾ ਚਾਹੁੰਦਾ? ਸ਼ਾਹ ਸਾਹਿਬ ਨਹੀਂ, ਇਹ ਗੱਲ ਨਹੀਂ। ਆਮਰ ਭਾਈ ਆ ਝੂਠ ਬੋਲ ਰਿਹਾ ਹੈ। ਇੱਕ ਬੰਦਾ ਵਿੱਚੋਂ ਐ ਵੀ ਬੋਲਿਆ ਸੀ ਕਿ ਮਿਰਜ਼ਾ ਸਾਹਿਬ ਦੀ ਕੀ, ਸ਼ਾਹ ਸਾਹਿਬ ਦੀ ਕੀ ਔਕਾਤ ਹੈ ਮਿਰਜ਼ਾ ਸਾਹਿਬ ਦੇ ਅੱਗੇ। ਅੱਛਾ ਹੋਏਗਾ ਉਸ ਵੇਲੇ ਜਿਹੜੀ ਮੈਂ ਗੱਲ ਕਰ ਯਾਰ ਅਬਦੁੱਲਾ, ਮੈਂ ਜੇ ਗੱਲ ਸਹੀ ਨਹੀਂ ਪਿਆ ਕਰਦਾ ਤੇ ਮੈਂ ਮਿਊਟ ਕਰ ਲੈਣਾ। ਅਬਦੁੱਲਾ ਤੂੰ ਕਰਨੀ ਗੱਲ ਤੇ ਕਰ ਲੈ, ਕੋਈ ਮਸਲਾ ਨਹੀਂ। ਅਗਰ ਮੇਰੀ ਗੱਲ ਦੇ ਵਿੱਚ ਕੋਈ ਕਮੀ ਹੈ, ਮੈਂ ਸਹੀ ਬਿਹਤਰ ਨਹੀਂ डिफेंड कर रहा तो कोई और बंदा करना चाहते मैं म्यूट कर लेना, मैं वैसे भी लोड लेना। नहीं आमर भाई करो बस, अब्दुल्ला भाई वैसे शायद दसना करो। मैं सिर्फ इस केस का फैसला करवाना है पप्पू मलिक तेरे कोलों। इस केस विच पहल की उन्होंने अपने हिसाब नाल गल की। उन्हां दी नज़र च मिर्जा कादियानी एक नबी है, मसीह मऊद है, इमाम मेहंदी है, मुकद्दस जात है, बड़ा पाकबाज है, ठीक उन्हां दी नज़र च। लेकिन साडी नज़र च वो एक चूड़े चमार तो भी गया गुजरिया। हुण पहल की उन्होंने, उन्हें अपने तरीके नाल गल की, उन्हें अपने जो उन्होंने कोई पैरामीटर सी उहदे ते नाप के उन्हें आख्या शाह साहब तुहाडी तो औकात ही कोई नहीं है। जिहड़ा मुखालफ है, जिहड़ा मुसलमान है, क्या तेरा की ख्याल है कि उन्होंने अपने हिसाब नाल गल नहीं करनी चाहिए? यह जवाब दे देना। साहब ਜਿਹੜੀ ਤੁਸੀਂ ਹੁਣ ਇੱਥੇ ਲੈਂਗੁਏਜ ਯੂਜ਼ ਕਰ ਰਹੇ ਹੋ, ਇਹਦੇ ਜਵਾਬ ਜੇਕਰ ਕੋਈ ਮਰਜ਼ੀ ਉੱਥੇ ਸ਼ਾਤਮੇ ਸਟਾਰਟ ਕਰ ਦੇਣਾ, ਵੱਲਾ ਮੇਰੇ ਨਜ਼ਦੀਕ ਤੇ ਤੁਸੀਂ ਸ਼ਾਤਮੀਤ ਕਰਵਾ ਰਹੇ ਹੋ। ਬਾਕੀ ਅੱਲਾਹ ਤਾਲਾ ਜਿਹੜਾ ਤੁਸੀਂ ਬਾਰ-ਬਾਰ अच्छा अगर आ गल सुनना, मेरे तो ज्यादा ਜਿਹੜੀ ਪਾਕਿਸਤਾਨ ਪੂਰੇ ਦੇ ਵਿੱਚ ਮਿਰਜ਼ਾ ਕਾਦੀਆਨੀ दज्जाल कज़ाब ਦੇ ਬਾਰੇ ਲੈਂਗੁਏਜ ਇਸਤੇਮਾਲ ਹੁੰਦੀ ਹੈ। ਵੈਸੇ ਤੇ ਸਾਰਾ ਪਾਕਿਸਤਾਨ ਤੇਰੇ ਹਿਸਾਬ 'ਚ ਜ਼ਿੰਮੇਦਾਰ ਹੈ, ਕਿਉਂਕਿ ਮਿਰਜ਼ਾ ਕਾਦੀਆਨੀ ਨੂੰ ਚਾਹੀਦਾ ਹੈ, ਪਾਕਿਸਤਾਨੀਆਂ ਨੂੰ ਚਾਹੀਦਾ ਕਿ ਪਾਕਿਸਤਾਨ ਬੈਠੇ ਆ, ਲਾਹੌਰ ਵਾਲੇ, ਕਰਾਚੀ ਵਾਲੇ, ਸੱਖਰ ਵਾਲੇ, हैदराबाद ਵਾਲੇ ਬੰਦੇ ਘਰ ਬੈਠੇ ਆ, मिर्जा साहब करके गल करन, किरे मिर्जाई किसी दे कन्नी ना पै जाए, कोई मिर्जाई सुन के जाके टिकटॉक उत्ते व्हाट्सएप उत्ते नबी पाक नूं गालां ना कड्डन लग। ज्यादा जिम्मेदार ते हो ने, मेरे तो ज्यादा तो पाकिस्तान जिम्मेदार है। ਬਾय ਦ ਵੇ ਤੇ ਪਾਕਿਸਤਾਨ ਦਾ ਕਾਨੂੰਨ ਹੈ ਜਿਹੜੇ ਤੁਸੀਂ ਇੱਥੇ ਸ਼ਾਤਮੀਤ ਕਰ ਰਹੇ ਹੁੰਦੇ ਨਾ, ਤੁਹਾਡੇ ਤੇ ਵੀ ਦਫਾ ਜੋ 295 ਯਾਰ ਜਿਹੜੀ ਗੱਲ ਕਰਨੇ ਉਹ ਛੱਡ ਕੇ ਮਿਰਜ਼ਾਈਆਂ ਔਰ ਦੂਜੇ ਪਾਸੇ ਟੁਰ ਜਾਣਾ ਹੈ। ਪਾਕਿਸਤਾਨ ਦਾ ਜਿਹੜਾ ਬੰਦਾ ਵੀ ਗੱਲ ਹੀ ਕੱਢਦਾ ਨਾ ਮਿਰਜ਼ੇ ਨੂੰ, ਉਹ ਵੀ ਖਿਲਾਫੇ ਕਾਨੂੰਨ ਕਰਦਾ ਜੇ। ਕਾਨੂੰਨ ਦੀ ਤੇ ਬੜੀ ਤਰਤਰਦਾ ਆਇਨ ਉਹ ਚਾਚਾ ਇੱਕ ਮੌਜੂ ਨੂੰ ਛੱਡ ਕੇ ਉਹਦੇ ਤੋਂ ਝੂਠਾ ਪੈਣਾ, ਦੂਜੇ ਤੇ ਕਿਉਂ ਟੁਰ ਜਾਣਾ? ਨਹੀਂ ਤੁਸੀਂ, ਮੈਂ ਤੁਹਾਨੂੰ ਹੀ ਦੱਸਿਆ ਜਿਹੜਾ ਪਾਕਿਸਤਾਨ ਚ ਲੋਕ ਜਿਹੜੇ ਗਾਲਾਂ ਕੱਢਦੇ ਨੇ ਉਹ ਵੀ ਫੰਕੂਲ। ਮੈਂ ਤੈਨੂੰ ਪਿਆਨਾ ਜਿਹੜੀ ਗੱਲ ਕੀਤੀ ਆ ਉਹ ਗੱਲ ਸੁਣ ਇਹ ਗੱਲ ਤੇਰੀ ਕੋਲ ਕੋਈ ਹੋਰ ਕਰਨ ਵਾਲੀ ਹੈ ਕਿ ਇਹਨੂੰ ਖਤਮ ਕਰ ਦਈਏ? ਅੱਲਾਹ ਦੇ ਲਫ਼ਜ਼ ਤੁਸੀਂ ਯੂਜ਼ ਕੀਤਾ ਹੁਣ ਯਾਰ ਪਾਕਿਸਤਾਨ ਵਾਲ ਤੇ ਜਵਾਬ ਨਹੀਂ ਆਇਆ ਤੇ ਨਸ ਗਏ ਹੁਣ ਪਾਕਿਸਤਾਨ ਮੈਂ ਗੱਲ ਕਰ ਰਿਹਾ। ਮੈਂ ਪਾਕਿਸਤਾਨ ਵਾਲਾ ਤੈਨੂੰ ਤਾਂ ਜਵਾਬ ਦਿੱਤਾ ਹੈ ਕਿ ਪਾਕਿਸਤਾਨ ਦੇ ਅੰਦਰ ਕੋਈ ਆਲਮ ਜਿਹੜਾ ਆਪਣੇ ਆਪ ਨੂੰ ਆਲਮ ਕਹਿਲਾਂਦਾ ਹੈ, ਠੀਕ ਹੈ, ਉਹ ਗੱਲ ਹੀ ਕੱਢੇ ਮਿਰਜ਼ਾ ਨੂੰ ਇਹ ਖਿਲਾਫੇ ਕਾਨੂੰਨ ਹੈ ਜਾਂ ਯੈਸ ਜਾਂ ਨਹੀਂ, ਤੇ ਖਿਲਾਫੇ ਸ਼ਰਾ ਇਹਨਾਂ ਮੈਨੂੰ ਦੱਸ ਦਿਓ। ਪਾਕਿਸਤਾਨ ਵਾਲੇ ਹੁਣ ਜ਼ਨਾ ਕਰਨਾ ਸ਼ੁਰੂ ਹੋ ਜਾਣ, ਪੂਰਾ ਪਾਕਿਸਤਾਨ ਅਗਰ ਜ਼ਨਾ ਕਰਨਾ ਸ਼ੁਰੂ ਹੋ ਜਾਏ ਤੇ ਇਹਦਾ ਮਤਲਬ ਹੈ ਥੋੜੀ ਐਨ ਇਸਲਾਮ ਬਣ ਗਿਆ ਜਾਂ ਖਿਲਾਫੇ ਬਿਲਕੁਲ ਕਾਨੂੰਨ ਦੇ ਮੁਤਾਬਕ ਹੋ ਗਿਆ। ਨਹੀਂ, ਪਾਕਿਸਤਾਨ 'ਚ ਜ਼ਨਾ ਕਰਨਾ, ਠੀਕ ਹੈ, ਜਾਂ ਕਿਸੇ ਨਾਲ ਜ਼ਬਰਦਸਤੀ ਕਰਨਾ ਖਿਲਾਫੇ ਕਾਨੂੰਨ ਹੈ, ਉਹਦੀ ਸਜ਼ਾ ਮੌਜੂਦ ਹੈ, ਠੀਕ ਹੈ। ਤੁਸੀਂ ਇਹ ਚੰਗੀ ਦਿਲੀ ਦਿੱਤੀ ਜੀ ਪਾਕਿਸਤਾਨ ਨੇ ਜਿਹੜੇ ਗਾਲਾਂ ਕਿਹਨੇ ਲਾਇਆ ਇਹਨੂੰ ਥੱਲੇ? बहरीन भाई। चलो मैं भी थोड़ा बिजी हाँ, फिर ठहर के गल करने, आराम कर लो झट, मैं भी थके तो काम करने लगे मैं अपनी जगह। कि अब समरी ये है कि शाह साहब हो या फिर मुफ्ती अबाबिल हो या ABR हो, ये सारे उलमा हमारे सर के ताज हैं। जो भी ख़त्म नबूवत पे काम कर रहा है ये सब उलमा हमारे सर के ताज हैं। अगर शाह साहब के बारे में वो इस तरह के अल्फाज इस्तेमाल करेंगे कि तुम मिर्ज़ा की जूती के बराबर, आमिर भाई ने कहा था ना, ये सही लफ्ज़ इस्तेमाल किए हैं कि कीचड़ है ना, मिर्ज़ा उसके बराबर भी नहीं है, सही अल्फाज इस्तेमाल किए फिर आमिर साहब ने। आमिर नज़ीर साहब चले गए हैं, आप भाई लगे रहो यहाँ पे गालियाँ। अल्लाह हाफिज़। सर हमें कोई इंटरेस्ट भी नहीं मिल गया ना, आप पढ़ाओ साहब, जो लेफ्ट गो राइट राउंड अबाउट। ऐसा बंदा बेशरम इंसान है, हमेशा आएगा यार, खुल के कह लो यार, इसी मर्ज़ाई हो गया,
نہ ਇੱਥੇ ਇੱਜ਼ਤ ਹੈ ਨਾ ਉੱਥੇ ਇੱਜ਼ਤ ਹੈ ਕਿਸੇ ਮੁਸਲਮਾਨ ਦੇ ਮੁਜਾਹਿਦ ਨੂੰ ਕਾਬਰ ਨੂੰ ਗਾਲ ਕੱਢਣ ਤੇ ਅਸੀਂ ਤਾਂ ਵਾਕਈ ਮਿਰਜ਼ਾ ਨੂੰ ਕਿਸੇ ਦੀ ਮੈਂ ਕਹਿੰਦਾ ਕਿਸੇ ਕੁੱਤੇ ਦੀ ਝੋਲ ਦੇ ਬਰਾਬਰ ਨਹੀਂ ਸਮਝਦੇ ਵਾਕਈ ਜੀ ਉਹ ਸ਼ਾਹ ਸਾਹਿਬ ਐਸੇ ਕੋ ਬੇਸ਼ਰਮ ਲੋਕ ਹੋ ਤੁਸੀਂ ਇਹਦਾ ਤੇ ਮਤਲਬ ਸ਼ਰਮ ਦੇ ਨਾਲ ਕੋ ਤਾਲੁਕ ਹੀ ਨਹੀਂ ਹੈ ਤੇ ਸ਼ਰਮ ਵੱਢ ਕੇ ਸੁੱਟ ਸੜੀ ਹੈ कैसा बेगैरत इंसान है किस्म खुदा की इन्हें क्या है कि भाई हाँ शाह साहब ने सही काम किया है किसी मुजाहिद की तारीफ की होए सब सौंप जाता है इस इंसान लेकिन करे तो करे की ਉਹ ਪੁਰਾਣੀਆਂ ਜ਼ਿਆਦਤੀਆਂ ਭੁੱਲਦੀਆਂ ਨਹੀਂ ਨੇ ਮਲਵਾਣਿਆਂ ਨੇ ਜਿਹੜੀ ਇਹਨਾਂ ਦੇ ਨਾਲ ਜ਼ਿਆਦਤੀ ਕੀਤੀ ਹੈ ਇਹਨੂੰ ਸਬਕ ਪੜਾ ਹੈ ਤਾਂ ਕੰਮ ਖਰਾਬ ਹੋ अस्सलाम वालेकुम रहमतुल्लाहि व बरकातहू। वालेकुम अस्सलाम मुबारक साहब क्या हाल है आपका ठीक है अल्हम्दुलिल्लाह के साथ आप सुना। अच्छा, ये हवाला किसी के पास है कि मिर्जा का बाप 4 साल तक दूर था और पीछे मिर्जा पैदा हो गया? सुना है ये हवाला है, ऐसा एग्जिस्ट करता है? नहीं मेरे ज़हन में तो नहीं है। ये जो है ना डुई जो अमेरिका वाला था ना, उसकी रिसर्च के मुताबिक ये कौमी असम्बली में भी इस पर बहस हुई थी। कौमी असम्बली में भी पेश किया गया था कि डुई ने ये कहा था कि तुम हो हरामी, मिर्ज़ा को लिखा था बाकायदा, वो तहरीर शायद कहीं मौजूद है इनके रिकॉर्ड में, कि तुम्हारा बाप जो है ना 1839-40 में बाहर था, 3 साल तक बाहर था, तुम तो किस तरह पैदा हुए। तो ये उसका नहीं, खत मौजूद कुछ है। कोशिशें पड़ोसियों की भी होती हैं, ऐसा ना कहें। इन्होंने फिर जो है इस वजह से उसकी तारीख पैदाइश 1835 लिखी है। पहले उन्होंने पैदाइश आज तक कंफर्म नहीं हो सकी, हाँ अपने बयानात की तरह और दूसरों के बयान की तरह आज तक कंफर्म ही नहीं हुई कि वो शख्स पैदा कब हुआ है। और ये कंफर्म तो है, जो मिर्जा ने लिखी है अपने हाथ से, वो तो कंफर्म है ना, मिर्जा ने जो अपने हाथ से लिखी है। आपको ये अहमदी बताते भाई, वो बोले भाई मैं ये वाली कंफर्म मानते जो मिर्जा साहब ने खुद लिखी होनी तो वही चाहिए ना कंफर्म, जो उसके अपने हाथ से लिखी हुई है। होनी चाहिए, लेकिन मानते नहीं। ये मेरे पास गाना मिलते हैं, बैठ तो इसका जवाब क्या दिया था उन लोगों ने कि भाई ऐसे डेट ऑफ बर्थ चेंज कर दी थी, बस बाकी को जवाब नहीं दे हाँ, सके? वही चेंज कर दी थी उन्होंने आगे चल के। अब मिर्जा ने उसको क्या जवाब दिया था वो पता नहीं है, उसकी तहकीक करनी पड़ेगी। हाँ क्योंकि मिर्जा से पहले फोत हो गया था ना वो डुई, हाँ 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 बिल्कुल। तो उसका मिर्जा ने क्या जवाब दिया, बल्कि उसने शायद अखबार में, अमेरिका के किसी अखबार में शायद करवाया था वो। हाँ मेरी नज़र से गुजरा है वो, बिल्कुल मेरी नज़र से गुजरा है वो। हाँ, जो तो इन तक फिर पहुंचा था वो। सही कह रहे हैं, वो अखबार भी नज़र से गुजरा है, मैं पता करता हूँ। बड़ा अच्छा हवाला है, वो चाहिए। हाँ हाँ, ये लोग अब ये लोग इसी तरह की शातमियतें कर रहे हैं बहुत ज़्यादा ना, इनको कंट्रोल करने के लिए इस तरह के हवाले अब हाथ में होने चाहिए। हाँ बिल्कुल। तो तमीज से बात अब इनसे करनी नहीं है। ये लोग साले हकीकी अंबिया पे भी शातमियत कर रहे हैं, फिर अकाबरीन पे भी आ गए हैं। इससे पहले अकाबरीन पे नहीं थे। ये बात तो मैं शुरू से कहता हूँ इनसे, हमारा पुराना तजर्बा है इनके साथ, जो है ना हरामी है बड़े ये, बहुत हरामी, बहुत हरामी। अभी अकाबरीन पे आ रहे हैं और अल्लाह माफ़ फरमाए खुल के आ रहे हैं। जी क्योंकि हाँ। जब जवाब नहीं है ना, जब जवाब नहीं है इनके पास, देख लिया कि फेसबुक पे और व्हाट्सएप पे ये जिस कुत्ते की तरह जलील हुए, अब टिकटॉक पे भी ये तड़प रहे हैं। हाँ हाँ, बिल्कुल जलील हो चुके हैं टिकटॉक पे हर जगह से। हमारा एक ऐसा आदमी जो सिर्फ और सिर्फ मस्जिद जाता है और बस नमाज पढ़ के आ जाता है, वो भी आके इनको कज़्ज़ाब दज्जाल बोल के चला जाता है। जी हाँ बिल्कुल। तड़प रहे हैं ये लोग बिल्कुल। वो कनाडा का किसी ने वीडियो लगाई थी, वो रजी जो है इनका, रजीउल्लाह पता नौमानी जो है, वो किसी कोई अफगानी जा रहा था, उर्दू बोल रहा था, उसको उसने पंफलेट दिखाया, उसने वो गालियां दी उसको, काफर हो, जंदीक हो तुम। वो वीडियो
میں نے خود دیکھی تھی یوٹیوب پر کسی نے لگائی ہوئی تھی. ایسے ہی زبردست. وہ میں ایک اکثر دوستوں کو بتاتا ہوں. ایک سال کرسمس میں یہاں پہ آسٹریلیا میں برسبن میں فلی مارکیٹ سنڈے مارکیٹ جو ہے نا وہ یہ اسٹال لگاتے تھے. تو ایک سال کرسمس میں انہوں نے پمفلیٹ چھاپے تھے. اس پر مرزا کا فوٹو تھا اور لکھا ہوا تھا کہ جیسس فار کرسچنس، مہدی فار مسلمس اینڈ مسایہ فار جیوز. تو ایک قادیانی جو ہے، میں اس کے ساتھ اکثر بحث کرتا تھا نوجوان. تو وہ ایک بوڑھا انگریز گزر رہا تھا، اس کو کہا سر جیسس فار یو، جیسس فار یو. اس نے پمفلیٹ لے کے دیکھ کے کہتا کہ فکن یو اینڈ یور جیسس، اس کے منہ پہ مارا اس نے. تو میرے سامنے یہ باتیں ہوئی اس نے. صحیح بات ہے. میرے صاحب کثرت سلیب کرنے آئے تھے، وہ لوگ بھی ان کی عزت نہیں کرتے. ہاں وہی ابھی یہ کبھی کبھی کہتے ہیں نا وہ نظیرہ جو ہے نا کہ ہمارے خلیفہ صاحب نے برٹش پارلیمنٹ میں جا کے نبی کریم صلی اللہ علیہ وسلم سیرت بیان کی. میں نے کہا سیرت تو مرزا کی بیان کرنی چاہیے تھی نا اس کو. برٹش پارلیمنٹ میں جا کے فوٹو دکھا تھا، کہتا کہ یہ ہے جیسس سن آف میری. تو یہ بات ہوتی ہے نا. باقی سیرت کیا ہم نہیں بیان کرتے ہیں کیا؟ ہمارے لوگ نہیں بیان کرتے ہیں کیا نبی کریم صلی اللہ علیہ وسلم کی؟ اب مرزا کی کرتا تو وہ بات ہوتی ہے نا جس کا وہ خلیفہ بنا ہوا ہے. اسی طرح لندن میں بسوں پہ پیچھے لکھا ہوا ہے مسایہ ہیز کم. مسایہ تو کوئی بھی ہو سکتا ہے، ہر مذہب میں مسایہ کا تصور ہے. ان کو لکھنا یہ چاہیے کہ جیسس ہیز کم، جیسس سن آف میری ہیز کم، مرزا کا فوٹو کے نیچے لگانا چاہیے. پھر دیکھیں ریئیکشن ان کا انگریزوں کا. تو یہ بات ہے ان کی اصلیت، ان کی یہی ہے بس دھوکہ بازی بس. السلام علیکم ورحمۃ اللہ وبرکاتہ. وعلیکم السلام ورحمۃ وعلیکم السلام ورحمۃ اللہ. کیسے ہیں گلاب جامن بھائی؟ الحمدللہ. کلاؤڈ بھائی آپ ٹھیک ہے؟ بشار الحمد للہ، کرم ہے اللہ تعالیٰ کا. کام پہ بیٹھ گئے ہیں، کمپیوٹر سامنے ہے، کام چل رہا ہے الحمد للہ. ساتھ ساتھ آپ سے باتیں ہو رہی ہیں. بالکل صحیح ہے. دو کام چل رہے ہیں کلاؤڈ بھائی، آپ تو ملٹی ٹیلنٹڈ ہے. اللہ جزاک اللہ، جزاک اللہ. آپ بھی ہیں، ہم سب ملٹی ٹیلنٹڈ الحمد للہ. ہاں بالکل. میں تو تھوڑی دیر پہلے جاگا ہوا